Jiraji, welcome in online classes of business law. And with our first lecture, we'll discuss about the meaning of law. ਤੇ ਸਭ ਤੋਂ ਪਹਿਲਾਂ ਰਜੇ ਕਿ ਲਾਅ ਹੁੰਦਾ ਕੀ ਹੈ, ਕਹਿੰਦੇ laws that dictate how to form and run a business। ਤਾਂ ਕੁਝ ਸੈੱਟ ਆਫ ਪ੍ਰਿੰਸੀਪਲਸ ਨੂੰ, ਕੁਝ ਸੈੱਟ ਆਫ ਰੂਲਸ ਨੂੰ ਆਪਾਂ ਲਾਅ ਦੇ ਕਨਫਾਈਨ ਦੇ ਅੰਦਰ ਲੈ ਕੇ ਆਉਂਦੇ ਹਾਂ ਕਿ ਲਾਅ ਕਿਸ ਚੀਜ਼ ਨੂੰ ਬੋਲਿਆ ਜਾਂਦਾ ਹੈ ਕਿ ਜਿਹੜਾ ਵੀ ਕਿਸੇ ਚੀਜ਼ ਨੂੰ ਸਹੀ ਢੰਗ ਦੇ ਨਾਲ ਸਿਸਟੇਮੈਟਿਕ ਚਲਾਉਣ ਦੇ ਲਈ ਕੁਝ ਰੂਲਸ ਨੇ, ਰੈਗੂਲੇਸ਼ਨਸ ਨੇ, ਕੁਝ ਪੋਲਿਸੀਜ਼ ਨੇ ਫੋਰਮ ਕੀਤੀਆਂ ਜਾਂਦੀਆਂ ਨੇਗੀਆਂ, ਤਾਂ ਉਹਨਾਂ ਰੂਲਸ ਨੂੰ ਕੀ ਬੋਲਿਆ ਜਾਂਦਾ ਰਾਜੇ? ਲਾਅ ਬੋਲਿਆ ਜਾਂਦਾ ਹੈ। ਕਿ ਲਾਅ ਹੀ ਹੈ ਜੋ ਆਪਾਂ ਨੂੰ ਇਹ ਦੱਸਦਾ ਹੈ ਕਿ ਇੱਕ ਬਿਜ਼ਨਸ ਨੂੰ ਕਿਸ ਤਰ੍ਹਾਂ ਇੱਕ ਵਧੀਆ ਢੰਗ ਦੇ ਨਾਲ ਹੈ ਜੋ ਚਲਾਇਆ ਜਾਵੇ। ਤਾਂ ਜਦੋਂ ਰਾਜੇ ਆਪਾਂ ਬਿਜ਼ਨਸ ਦੀ ਗੱਲ ਕਰਦੇ ਹਾਂ ਤਾਂ ਬਿਜ਼ਨਸ ਨੂੰ ਆਪਾਂ ਕੀ ਬੋਲਦੇ ਹਾਂ? ਅ ਸਟੇਟ ਆਫ ਬੀਇੰਗ ਬਿਜ਼ੀ, ਠੀਕ ਹੈ। ਅਤੇ ਜੇ ਆਪਾਂ ਬੇਸਿਕਲੀ ਗੱਲ ਕਰੀਏ ਤਾਂ ਜੋ ਆਪਣੀਆਂ ਸੇਲ ਪਰਚੇਜ਼ ਦੀਆਂ ਐਕਟੀਵਿਟੀਜ਼ ਹੋ ਗਈਆਂ, ਟ੍ਰੇਡਿੰਗ ਹੋ ਗਈ, ਠੀਕ ਹੈ, ਕਾਮਰਸ ਹੋ ਗਈ, ਉਹ ਸਾਰੀ ਕੀ ਹੈ ਬਿਜ਼ਨਸ ਦੇ ਏਰੀਆ ਦੇ ਵਿੱਚ ਆਪਾਂ ਡੀਲ ਕਰਦੇ ਹਾਂ। ਅਤੇ ਜਦੋਂ ਆਪਾਂ ਗੱਲ ਕਰਦੇ ਹਾਂ ਟਾਈਪਸ ਆਫ ਬਿਜ਼ਨਸ, ਕਿ ਬਿਜ਼ਨਸ ਨੇ ਕੁਝ ਟਾਈਪਸ ਦੇ ਹੁੰਦੇ ਨੇ ਜਿਵੇਂ 1 ਪਰਸਨ ਕੰਪਨੀ ਹੋ ਗਈ, ਇੱਕ ਬੰਦੇ ਦਾ ਬਿਜ਼ਨਸ ਹੋ ਗਿਆ, ਜਿਵੇਂ ਆਪਣੇ ਨੋਰਮਲ ਸ਼ੌਪਕੀਪਰਸ ਹੋ ਗਏ। ਸੈਕਿੰਡਲੀ ਹੈ ਪਾਰਟਨਰਸ਼ਿਪ ਫਰਮ, ਕਿ ਜਦੋਂ ਇੱਕ ਤੋਂ ਵੱਧ ਪਰਸਨ ਮਿਲ ਕੇ ਕੰਬਾਈਨਲੀ ਕੀ ਕਰਦੇ ਨੇਗੇ, ਕਿਸੇ ਵਰਕ ਨੂੰ ਸ਼ੁਰੂ ਕਰਦੇ ਨੇ ਅਤੇ ਉਸ ਦੀ ਜੋ ਵੀ ਪ੍ਰੋਫਿਟਸ ਅਤੇ ਲੋਸ ਹੋਣਗੇ ਉਹਨਾਂ ਨੂੰ ਕੀ ਕਰਨਗੇ, ਉਹ ਸ਼ੇਅਰ ਕਰਨਗੇ। ਅਤੇ ਥਰਡ ਹੁੰਦਾ ਰਾਜੇ ਹਿੰਦੂ ਅਨਡਿਵਾਈਡਡ ਫੈਮਿਲੀ, HUF ਬੋਲਿਆ ਜਾਂਦਾ ਹੈ, ਕਿ ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਹਾਂ ਕਿ ਆਪਣੀਆਂ ਜੋ ਐਨਸੈਸਟਰਲ ਜਿੰਨੀ ਵੀ ਆਪਣੀਆਂ ਫੈਮਲੀਜ਼ ਹੋ ਗਈਆਂ, ਠੀਕ ਹੈ, ਜਿਵੇਂ ਆਪਾਂ ਪਿੰਡਾਂ ਦੇ ਵਿੱਚ ਮੋਸਟਲੀ ਗੱਲ ਕਰਦੇ ਹਾਂ ਸ਼ਰੀਕੇ ਦੀ, ਹੈ ਨਾ, ਤਾਂ ਉਹ ਜਦੋਂ ਫੈਮਲੀਜ਼ ਮਿਲ ਕੇ ਕਿਸੇ ਬਿਜ਼ਨਸ ਨੂੰ ਸੈਟਅਪ ਕਰਦੀਆਂ ਨੇ, ਚਲਾਉਂਦੀਆਂ ਨੇ, ਤਾਂ ਉਸਨੂੰ HUF ਬੋਲਿਆ ਜਾਂਦਾ ਹੈ। ਉਸ ਤੋਂ ਬਾਅਦ ਰਾਜੇ ਆਉਂਦਾ ਕੰਪਨੀ ਦਾ ਕਨਸੈਪਟ। ਕੰਪਨੀ ਦੇ ਵਿੱਚ ਕੀ ਹੁੰਦਾ? ਗਰੁੱਪ ਆਫ ਪਰਸਨਸ ਜੁਆਇਨ ਦੇਅਰ ਹੈਂਡਸ ਫॉर ਅ ਕਾਮਨ ਪਰਪਸ, ਇੱਕ ਸਾਂਝੇ ਪਰਪਸ ਦੇ ਲਈ ਜਦੋਂ ਕੋਈ ਪਰਸਨ ਕੀ ਹੈ ਕਿਸੇ ਕੰਮ ਨੂੰ ਸ਼ੁਰੂ ਕਰਦੇ ਨੇ ਤਾਂ ਉਹਨੂੰ ਕੰਪਨੀ ਦੀ ਫੋਰਮ ਦੇ ਵਿੱਚ ਟਰਮਡ ਕਰ ਦਿੰਦੇ ਹਾਂ ਆਪਾਂ। ਤਾਂ ਜਦੋਂ ਰਾਜੇ ਕੰਪਨੀਜ਼ ਦੀ ਆਪਾਂ ਗੱਲ ਕਰਦੇ ਹਾਂ, ਆਪਣੇ ਕੋਲ ਦੋ ਤਰ੍ਹਾਂ ਦੇ ਬਿਜ਼ਨਸ ਹੁੰਦੇ ਨੇ, ਇੱਕ ਹੁੰਦਾ ਆਪਣੇ ਕੋਲ ਮੈਨੂਫੈਕਚਰਿੰਗ ਅਤੇ ਦੂਸਰਾ ਹੁੰਦਾ ਟ੍ਰੇਡਿੰਗ। ਤਾਂ ਮੈਨੂਫੈਕਚਰਿੰਗ ਹੁੰਦਾ ਰਾਜੇ ਜਿੱਥੇ ਕੋਈ ਚੀਜ਼ ਹੈ ਜਿਹੜੀ ਪ੍ਰੋਡਿਊਸ ਕੀਤੀ ਜਾਂਦੀ ਹੈ, ਬਣਾਈ ਜਾਂਦੀ ਹੈ, ਅਤੇ ਟ੍ਰੇਡਿੰਗ ਹੁੰਦਾ ਜਿੱਥੇ ਸਿਰਫ ਵੇਚਣ ਦਾ ਕੰਮ ਕੀਤਾ ਜਾਂਦਾ, ਉੱਥੇ ਕੋਈ ਚੀਜ਼ ਨੂੰ ਪ੍ਰੋਡਿਊਸ ਹੈ ਜਿਹੜਾ ਉਹ ਨਹੀਂ ਕੀਤਾ ਜਾਂਦਾ। ਅਤੇ ਇਹ ਹੈ ਤੁਹਾਡੀ ਬੇਸਿਕ ਜੋ ਇੰਟਰੋ ਹੈ ਤੁਹਾਡੀ ਬਿਜ਼ਨਸ ਦੇ ਰਿਗਾਰਡਿੰਗ ਅਤੇ ਲਾਅ ਦੇ ਰਿਗਾਰਡਿੰਗ। ਅਤੇ ਜਦੋਂ ਆਪਾਂ ਬਿਜ਼ਨਸ ਦੀ ਗੱਲ ਕਰਦੇ ਹਾਂ ਤਾਂ ਇੱਕ ਬਿਜ਼ਨਸ ਨੂੰ ਚਲਾਉਣ ਦੇ ਲਈ ਬਹੁਤ ਸਾਰੇ ਜਿਹੜੇ ਲਾਜ਼ ਨੇ, ਬਹੁਤ ਸਾਰੇ ਜਿਹੜੇ ਐਕਟ ਨੇ ਉਹ ਬਣਾਏ ਜਾਂਦੇ ਨੇ ਤਾਂ ਕਿ ਇੱਕ ਬਿਜ਼ਨਸ ਹੈ ਜਿਹੜਾ ਉਹ ਸਮੂਥਲੀ ਵਰਕ ਕਰ ਸਕੇ। ਅਤੇ ਉਹਨਾਂ ਹੀ ਐਕਟਸ ਦੇ ਵਿੱਚੋਂ ਇੱਕ ਐਕਟ ਹੈ ਤੁਹਾਡਾ ਇੰਡੀਅਨ ਕੰਟਰੈਕਟ ਐਕਟ 1872। ਅਤੇ ਹਰ ਇੱਕ ਕੰਟਰੈਕਟ ਦੀ ਆਪਣੀ ਇੱਕ ਡੇਟ ਹੁੰਦੀ ਹੈ ਜਿਸ ਦੇ ਵਿੱਚ ਆਪਾਂ ਕਹਿ ਦਿੰਦੇ ਹਾਂ ਕਿ ਉਹ ਕੰਟਰੈਕਟ ਹੈ ਜੋ ਉਸ ਈਅਰ ਦੇ ਵਿੱਚ ਕੀ ਹੈ ਬਣ ਕੇ ਤਿਆਰ ਹੋਇਆ ਸੀ ਜਾਂ ਉਸ ਈਅਰ ਤੋਂ ਉਸਨੂੰ ਲੇਵੀ ਕੀਤਾ ਗਿਆ ਸੀ। ਤਾਂ ਜੋ ਇੰਡੀਆ ਦੇ ਵਿੱਚ ਕੰਟਰੈਕਟ ਐਕਟ ਹੈ ਉਹ ਚੱਲ ਰਿਹਾ ਰਾਜੇ 1872। ਤਾਂ ਫਸਟਲੀ ਵਿਲ ਟਾਕ ਅਬਾਊਟ ਵਾਟ ਇਜ਼ ਕੰਟਰੈਕਟ। ਕੰਟਰੈਕਟ ਕੀ ਹੋਗਾ ਰਾਜੇ? ਐਨ ਐਗਰੀਮੈਂਟ ਬਿਟਵੀਨ 2 or more persons which is intended to be enforceable by law and is constituted by acceptance by one party of an offer made to him by the other party to do so or to abstain from doing some act. It means that ਕਿ ਜਦੋਂ ਦੋ ਪਰਸਨ ਇੱਕ ਦੂਸਰੇ ਨੂੰ ਮਿਲਦੇ ਨੇ, ਠੀਕ ਹੈ, ਕਿਸੇ ਚੀਜ਼ ਨੂੰ ਖਰੀਦਣ ਜਾਂ ਵੇਚਣ ਦੇ ਲਈ ਉਹਨਾਂ ਦਾ ਕੋਈ ਐਗਰੀਮੈਂਟ ਹੈ, ਜਦੋਂ ਉਹ ਹੁੰਦਾ ਹੈ ਤਾਂ ਉਸ ਐਗਰੀਮੈਂਟ ਨੂੰ ਜਦੋਂ ਲਾਅਫੁਲੀ ਆਪਾਂ ਬਾਈਂਡ ਕਰ ਦਿੰਦੇ ਹਾਂ ਕਿ ਲਾਅ ਦੇ ਅਕੋਰਡਿੰਗ ਤੁਹਾਨੂੰ ਇਹ ਚੀਜ਼ ਨੂੰ ਮੰਨਣਾ ਪਊਗਾ, ਤਾਂ ਉਸ ਚੀਜ਼ ਨੂੰ ਬੋਲਿਆ ਜਾਂਦਾ ਰਾਜੇ ਕੰਟਰੈਕਟ। ਤਾਂ ਕੰਟਰੈਕਟ ਦੇ ਵਿੱਚ ਬੇਸਿਕਲੀ ਕੀ ਹੈ, ਦੋ ਐਲੀਮੈਂਟਸ ਹੁੰਦੀਆਂ ਨੇ, ਪਹਿਲਾ ਹੁੰਦਾ ਐਗਰੀਮੈਂਟ ਅਤੇ ਦੂਸਰਾ ਹੁੰਦਾ ਇਨਫੋਰਸੇਬਿਲਟੀ ਬਾਏ ਲਾਅ। ਤਾਂ ਰਾਜੇ ਐਗਰੀਮੈਂਟ ਕੀ ਹੁੰਦਾ ਹੈ? ਐਗਰੀਮੈਂਟ ਨੂੰ ਆਪਾਂ ਸਿੰਪਲ ਲੈਂਗੁਏਜ ਦੇ ਵਿੱਚ ਕਹਿ ਸਕਦੇ ਹੋ ਕੋਈ ਡੀਲਿੰਗ, ਠੀਕ ਹੈ, ਦੋ ਪਰਸਨਸ ਦੇ ਵਿੱਚ ਕੋਈ ਡੀਲ ਹੋਈ ਹੈ ਕਿਸੇ ਕੰਮ ਨੂੰ ਕਰਨ ਦੀ ਜਾਂ ਨਾ ਕਰਨ ਦੀ, ਕੋਈ ਚੀਜ਼ ਨੂੰ ਖਰੀਦਣ ਦੀ, ਕੋਈ ਵੇਚਣ ਦੀ, ਠੀਕ ਹੈ, ਜੋ ਡੀਲ ਹੋਈ ਹੈ ਉਸਨੂੰ ਐਗਰੀਮੈਂਟ ਬੋਲਿਆ ਜਾਊਗਾ। ਜਦੋਂ ਉਹ ਜੋ ਆਪਣੀ ਡੀਲਿੰਗ ਹੈ ਉਹ ਲੀਗਲ ਹੋਵੇ ਅਤੇ ਇਸ ਤੋਂ ਇਲਾਵਾ ਉਹਦੇ ਵਿੱਚ ਕੀ ਇਫੈਕਟ ਹੋਵੇ ਕਿ ਜੇਕਰ ਆਪਾਂ ਇਸ ਡੀਲ ਨੂੰ ਤੋੜਦੇ ਹਾਂ ਤਾਂ ਆਪਾਂ ਨੂੰ ਲਾਅ ਦੇ ਅੰਡਰ ਕੋਈ ਨਾ ਕੋਈ ਪਨਿਸ਼ਮੈਂਟ ਹੈ ਜਿਹੜੀ ਉਹ ਮਿਲੂਗੀ। ਮਤਲਬ ਕੀ ਹੈ, ਲਾਅ ਉਸਨੂੰ ਇਨਫੋਰਸ ਕਰ ਰਿਹਾ, ਇਨਫੋਰਸੇਬਿਲਟੀ ਹੈ, ਤਾਂ ਉਸਨੂੰ ਕੀ ਬੋਲਿਆ ਜਾਊਗਾ? ਕੰਟਰੈਕਟ। ਤਾਂ ਇੱਕ ਕੰਟਰੈਕਟ ਨੂੰ ਜੇਕਰ ਆਪਾਂ ਕਰਦੇ ਹਾਂ ਤਾਂ ਉਸਦੀਆਂ ਕੁਝ ਬੇਸਿਕਸ ਨੇ ਜਿਹੜੀਆਂ ਕੰਡੀਸ਼ਨਸ ਨੇਗੀਆਂ ਉਹ ਹੁੰਦੀਆਂ ਨੇ ਕਿਸੇ ਕੰਟਰੈਕਟ ਨੂੰ ਕਰਨ ਦੀਆਂ, ਠੀਕ ਹੈ। ਅਤੇ ਜਦੋਂ ਆਪਾਂ ਸਭ ਤੋਂ ਪਹਿਲੀ ਰਾਜੇ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਆਪਣੇ ਕੋਲ ਆਉਂਦਾ ਹੈ
ਕਿ ਜੋ ਆਪਣੇ ਕੋਲ ਕੰਟਰੈਕਟ ਨੇਗੇ, ਠੀਕ ਹੈ, ਜਦੋਂ ਆਪਾਂ ਕੰਟਰੈਕਟ ਦੀ ਐਸੈਂਸ਼ੀਅਲਸ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਹੀ ਪੁਆਇੰਟ ਆਪਣੇ ਕੋਲ ਆਉਂਦਾ ਹੈ, ਕਹਿੰਦੇ ਐਨ ਐਗਰੀਮੈਂਟ ਬਿਟਵੀਨ ਟੂ ਪਾਰਟੀਜ਼। ਕਿ ਕੰਟਰੈਕਟ ਕੀ ਹੈ, ਦੋ ਪਾਰਟੀਜ਼ ਦੇ ਵਿੱਚ ਇੱਕ ਐਗਰੀਮੈਂਟ ਹੈ ਜਿਹੜਾ ਉਹ ਹੁੰਦਾ ਹੈ। ਮਤਲਬ ਇੱਕ ਕੰਟਰੈਕਟ ਨੂੰ ਕਰਨ ਦੇ ਲਈ ਦੋ ਪਾਰਟੀਜ਼ ਆਪਾਂ ਨੂੰ ਚਾਹੀਦੀਆਂ ਨੇ, ਕਿਉਂਕਿ ਇੱਕ ਪਾਰਟੀ ਕਿਸੇ ਚੀਜ਼ ਨੂੰ ਖਰੀਦਣ ਵਾਲੀ ਲਗਾ ਲਓ ਅਤੇ ਦੂਸਰੀ ਕੀ ਉਸ ਨੂੰ ਵੇਚਣ ਵਾਲੀ ਵੀ ਚਾਹੀਦੀ ਹੈ। ਸੈਕਿੰਡ ਪੁਆਇੰਟ ਹੈ ਰਾਜੇ, ਐਗਰੀਮੈਂਟ ਸ਼ੁੱਡ ਬੀ ਮੇਡ ਬਿਟਵੀਨ ਦ ਪਾਰਟੀਜ਼। ਕਹਿੰਦੇ ਜੋ ਪਾਰਟੀਜ਼ ਐਗਰੀਮੈਂਟਸ ਕਰ ਰਹੀਆਂ ਨੇ, ਕੰਟਰੈਕਟ ਕਰ ਰਹੀਆਂ ਨੇ, ਉਹਨਾਂ ਦੇ ਵਿੱਚ ਉਸਦੀ ਕੰਪੀਟੈਂਸੀ ਵੀ ਹੋਣੀ ਚਾਹੀਦੀ ਹੈ। ਜਿਵੇਂ ਆਪਾਂ ਬੇਸਿਕਲੀ ਗੱਲ ਕਰਦੇ ਹਾਂ ਕਿ ਇੱਕ ਜਿਹੜਾ ਮਾਈਨਰ ਪਰਸਨ ਹੈ ਉਹ ਕੰਟਰੈਕਟ ਨਹੀਂ ਕਰ ਸਕਦਾ, ਮਤਲਬ ਜਿਹਦੀ ਉਮਰ ਹੈ ਜਿਹੜੀ 18 ਸਾਲ ਤੋਂ ਘੱਟ ਹੈ। ਅਤੇ ਇਸ ਤੋਂ ਇਲਾਵਾ ਕੀ ਹੈ ਜੀ ਰਾਜੇ, ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਉਹ ਇਨਸੋਲਵੈਂਟ ਨਹੀਂ ਹੋਣਾ ਚਾਹੀਦਾ, ਠੀਕ ਹੈ, ਮਤਲਬ ਉਹਦੇ ਪੱਲੇ ਕੁਛ ਨਾ ਕੁਛ ਹੋਵੇ ਵੀ ਉਹ ਉਸ ਹਿਸਾਬ ਨਾਲ ਕੀ ਹੈ ਕੰਟਰੈਕਟ ਨੂੰ ਉਹ ਕਰ ਸਕਦਾ ਹੈ। ਥਰਡ ਪੁਆਇੰਟ ਹੈ ਰਾਜੇ, ਐਗਰੀਮੈਂਟ ਸ਼ੁੱਡ ਬੀ ਮੇਡ ਬਾਈ ਕੰਸੈਂਟ ਆਫ ਪਾਰਟੀਜ਼। ਕਿ ਜੋ ਪਾਰਟੀਜ਼ ਨੇ ਉਹਨਾਂ ਦੀ ਸਹਿਮਤੀ ਦੇ ਨਾਲ ਹੀ ਕੋਈ ਕੰਟਰੈਕਟ ਕੀਤਾ ਜਾਣਾ ਚਾਹੀਦਾ। ਮਤਲਬ ਇਹ ਨਹੀਂ ਹੈਗਾ ਕਿ ਕਿਸੇ ਨੂੰ ਫੋਰਸ ਕਰਕੇ ਧੱਕੇ ਦੇ ਨਾਲ ਤੁਸੀਂ ਕੋਈ ਕੰਟਰੈਕਟ ਹੈ ਜਿਹੜਾ ਕਰਵਾ ਲਓਗੇ। ਫੋਰਥ ਹੈ ਰਾਜੇ, ਲਾਫੁਲ ਕੰਸੀਡਰੇਸ਼ਨ ਹੋਣਾ ਚਾਹੀਦਾ। ਕੰਸੀਡਰੇਸ਼ਨ ਹੁੰਦਾ ਰਾਜੇ ਜਦੋਂ ਆਪਾਂ ਕਿਸੇ ਨੂੰ ਬਦਲੇ ਦੇ ਵਿੱਚ ਕੁਝ ਪੇ ਕਰਦੇ ਹਾਂ, ਜਿਵੇਂ ਆਪਾਂ ਕਿਸੇ ਤੋਂ ਕੋਈ ਚੀਜ਼ ਖਰੀਦ ਰਹੇ ਹਾਂ ਤਾਂ ਉਹਦਾ ਕੰਸੀਡਰੇਸ਼ਨ ਕੀ ਹੋਊਗਾ, ਜਿਹੜੀ ਮੋਨੇਟਰੀ ਫੋਰਮ ਦੇ ਵਿੱਚ, ਮਨੀ ਦੀ ਫੋਰਮ ਦੇ ਵਿੱਚ ਉਹਨੂੰ ਪੇਮੈਂਟ ਵਗੈਰਾ ਜਿਹੜੀ ਉਹ ਕੀਤੀ ਜਾਊਗੀ। ਅਤੇ ਇਸ ਤੋਂ ਇਲਾਵਾ ਕੀ ਹੈ ਰਾਜੇ, ਲਾਫੁਲ ਇਹਦਾ ਆਬਜੈਕਟ ਹੋਣਾ ਚਾਹੀਦਾ। ਮਤਲਬ ਜੋ ਵੀ ਤੁਸੀਂ ਕੰਟਰੈਕਟ ਕਰੋਗੇ, ਲਾਅ ਹੈ ਜਿਹੜਾ ਉਸ ਨੂੰ ਪਰਮਿਸ਼ਨ ਦਿੰਦਾ ਹੋਵੇ। ਕੋਈ ਵੀ ਇਲੀਗਲ ਚੀਜ਼ਾਂ ਦਾ ਜੇਕਰ ਤੁਸੀਂ ਕੰਟਰੈਕਟ ਕਰ ਰਹੇ ਹੋ ਤਾਂ ਉਹਨੂੰ ਤੁਸੀਂ ਲਾਅਫੁਲੀ ਬਾਈਂਡ ਨਹੀਂ ਕਰ ਸਕਦੇ। ਮਤਲਬ ਜੇ ਸਾਹਮਣੇ ਵਾਲੀ ਪਾਰਟੀ ਉਹ ਕੰਟਰੈਕਟ ਨੂੰ ਮੁੱਕਰ ਜਾਂਦੀ ਹੈ ਤਾਂ ਉਹਨੂੰ ਤੁਸੀਂ ਇਨਫੋਰਸ ਨਹੀਂ ਕਰ ਸਕਦੇ ਵੀ ਤੁਸੀਂ ਕੰਟਰੈਕਟ ਨੂੰ ਪੂਰਾ ਕਰਨਾ ਹੈ। ਫਿਫਥ ਪੁਆਇੰਟ ਹੈ ਰਾਜੇ, ਕਹਿੰਦੇ ਜੋ ਐਗਰੀਮੈਂਟ ਹੈ ਉਹ ਕੀ ਹੈ, ਵੋਇਡ ਨਹੀਂ ਹੋਣਾ ਚਾਹੀਦਾ। ਵੋਇਡ ਹੁੰਦਾ ਖਾਲੀ, ਠੀਕ ਹੈ, ਅਤੇ ਵੋਇਡ ਆਪਾਂ ਕਿਸ ਕੇਸ ਦੇ ਵਿੱਚ ਕਹਿ ਸਕਦੇ ਹਾਂ, ਜਦੋਂ ਕੋਈ ਐਗਰੀਮੈਂਟ ਕੀ ਹੁੰਦਾ ਹੈ, ਇਲੀਗਲ ਹੁੰਦਾ। ਲਾਸਟ ਪੁਆਇੰਟ ਹੈ, ਐਗਰੀਮੈਂਟ ਸ਼ੁੱਡ ਬੀ ਇਨ ਰਾਈਟਿੰਗ। ਅਤੇ ਮੋਸਟ ਆਫ ਜਿਹੜੇ ਕੰਟਰੈਕਟਸ ਨੇਗੇ ਉਹ ਰਿਟਨ ਫੋਰਮ ਦੇ ਵਿੱਚ ਹੀ ਕੀਤੇ ਜਾਂਦੇ ਨੇ। ਇੱਕ ਪਾਰਟੀ ਕੰਟਰੈਕਟ ਬਣਾਉਂਦੀ ਹੈ, ਦੂਸਰੀ ਪਾਰਟੀ ਉਹਨੂੰ ਸਾਈਨ ਕਰਦੀ ਹੈ, ਦੋਵੇਂ ਹੀ ਪਾਰਟੀਜ਼ ਦੀ ਸਹਿਮਤੀ ਹੁੰਦੀ ਹੈ। ਇਸ ਤੋਂ ਇਲਾਵਾ ਕੀ ਹੁੰਦਾ ਰਾਜੇ, ਜੇਕਰ ਇੱਕ ਵੀ ਪਾਰਟੀ ਉਸ ਕੰਟਰੈਕਟ ਨੂੰ ਛੱਡਦੀ ਹੈ, ਮਤਲਬ ਕੀ ਹੈ ਉਸ ਨੂੰ ਬ੍ਰੇਕ ਕਰਦੀ ਹੈ ਕੰਟਰੈਕਟ ਨੂੰ, ਤਾਂ ਉਹਨੂੰ ਕੀ ਹੈ ਉਸ ਦੇ ਬਦਲੇ ਪੁਨਿਸ਼ ਕੀਤਾ ਜਾਂਦਾ ਹੈ ਜਾਂ ਕੋਈ ਨਾ ਕੋਈ ਜਿਹੜਾ ਹਰਜਾਨਾ ਹੈ, ਕੰਪਨਸੇਸ਼ਨ ਹੈ, ਉਹ ਪਾਰਟੀ ਭਰਦੀ ਹੈ। ਉਸ ਤੋਂ ਬਾਅਦ ਰਾਜੇ ਆਪਾਂ ਗੱਲ ਕਰਨ ਲੱਗਿਆਂਗੇ ਇਸ ਦੇ ਕੁਝ ਪੁਆਇੰਟਸ ਨੇਗੇ ਅੱਗੇ ਜੋ ਇੱਕ ਵੈਲਿਡ ਕੰਟਰੈਕਟ ਦੇ ਵਿੱਚ ਆਪਾਂ ਨੂੰ ਚਾਹੀਦੇ ਨੇ, ਜਿਸ ਦੇ ਵਿੱਚੋਂ ਸਭ ਤੋਂ ਪਹਿਲਾ ਪੁਆਇੰਟ ਹੈ ਆਫਰ ਐਂਡ ਐਕਸੈਪਟੈਂਸ। ਤਾਂ ਜੋ ਵੀ ਕੋਈ ਵੀ ਕੰਟਰੈਕਟ ਹੈ ਉਹ ਦੋ ਹੀ ਕੇਸਿਸ ਦੇ ਵਿੱਚ ਫੋਰਮ ਹੁੰਦਾ ਹੈ। ਪਹਿਲਾ ਹੁੰਦਾ ਆਫਰ ਅਤੇ ਦੂਸਰੀ ਹੁੰਦੀ ਹੈ ਐਕਸੈਪਟੈਂਸ। ਦੋ ਪਾਰਟੀਜ਼ ਨੇਗੀਆਂ, ਇੱਕ ਪਾਰਟੀ ਆਫਰ ਦਿੰਦੀ ਹੈਗੀ, ਠੀਕ ਹੈ, ਮਤਲਬ ਕੰਟਰੈਕਟ ਨੂੰ ਕਰਨ ਦਾ, ਅਤੇ ਦੂਸਰੀ ਪਾਰਟੀ ਉਹਨੂੰ ਕੀ ਕਰਦੀ ਹੈ, ਐਕਸੈਪਟ ਕਰਦੀ ਹੈ। ਜਦੋਂ ਉਸ ਆਫਰ ਨੂੰ ਐਕਸੈਪਟ ਕੀਤਾ ਜਾਂਦਾ ਫਿਰ ਹੀ ਕੰਟਰੈਕਟ ਹੈ ਕੋਈ ਉਹ ਫੋਰਮ ਹੁੰਦਾ। ਅਤੇ ਉਸ ਤੋਂ ਬਾਅਦ ਸੈਕਿੰਡਲੀ ਹੈ ਰਾਜੇ ਇੰਟੈਂਸ਼ਨ ਟੂ ਕ੍ਰੀਏਟ ਲੀਗਲ ਰਿਲੇਸ਼ਨਸ਼ਿਪ। ਮਤਲਬ ਕੀ ਹੈ, ਜਦੋਂ ਦੋ ਪਰਸਨਸ ਦੇ ਵਿੱਚ ਕੰਟਰੈਕਟ ਹੋ ਰਿਹਾ ਹੈ ਤਾਂ ਉਹਨਾਂ ਦੇ ਵਿੱਚ ਕੀ ਹੈ, ਇੱਕ ਲੀਗਲ ਰਿਲੇਸ਼ਨਸ਼ਿਪ ਬਣਾਉਣ ਦੀ ਇੰਟੈਂਸ਼ਨ ਹੈ ਜੋ ਉਹ ਵੀ ਹੋਣੀ ਚਾਹੀਦੀ ਹੈ। ਮਤਲਬ ਕਿ ਦੋਵੇਂ ਪਾਰਟੀਆਂ ਕੀ ਨੇਗੀਆਂ, ਸਹਿਮਤ ਹੋਣੀਆਂ ਚਾਹੀਦੀਆਂ ਨੇਗੀਆਂ। ਐਂਡ ਉਸ ਤੋਂ ਬਾਅਦ ਥਰਡ ਪੁਆਇੰਟ ਹੈ ਰਾਜੇ ਲਾਅਫੁਲ ਕੰਸੀਡਰੇਸ਼ਨ, ਠੀਕ ਹੈ। ਅਤੇ ਲਾਅਫੁਲ ਕੰਸੀਡਰੇਸ਼ਨ ਦੇ ਵਿੱਚ ਕੀ ਹੈ ਕਿ ਜੋ ਵੀ ਆਪਣਾ ਕੰਸੀਡਰੇਸ਼ਨ ਹੈ ਉਹ ਲੀਗਲ ਹੋਣਾ ਚਾਹੀਦਾ, ਲਾਅਫੁਲੀ ਹੋਣਾ ਚਾਹੀਦਾ, ਚਾਹੇ ਤੁਸੀਂ ਮਨੀ ਫਾਰਮ 'ਚ ਕਰ ਰਹੇ ਹੋ, ਚਾਹੇ ਤੁਸੀਂ ਕੋਈ ਐਸਟ ਵਗੈਰਾ ਜਾਂ ਕੋਈ ਚੀਜ਼ ਹੈ ਉਹ ਟਰਾਂਸਫਰ ਕਰ ਰਹੇ ਹੋ। ਫੋਰਥ ਹੈ ਰਾਜੇ ਕੈਪੈਸਿਟੀ ਆਫ ਪਾਰਟੀਜ਼, ਕਿ ਜਿਹੜੀਆਂ ਵੀ ਪਾਰਟੀਜ਼ ਉਸ ਦੇ ਵਿੱਚ ਹੋਣਗੀਆਂ, 2 ਨੇ 3 ਪਾਰਟੀਜ਼ ਨੇ, ਉਹ ਸਾਰੀਆਂ ਕੀ ਨੇਗੀਆਂ, ਕੈਪੇਬਲ ਹੋਣੀਆਂ ਚਾਹੀਦੀਆਂ ਨੇ ਕਿਸੇ ਕੰਟਰੈਕਟ ਨੂੰ ਕਰਨ ਦੇ ਲਈ। ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਜਿਵੇਂ ਹੁਣ ਮਾਈਨਰਸ ਹੋ ਗਏ ਜਾਂ ਪਰਸਨ ਆਫ ਅਨਸਾਊਂਡ ਮਾਈਂਡ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਪਾਗਲਪਨ ਵਾਲਾ ਪਰਸਨ ਹੋ ਗਿਆ, ਠੀਕ ਹੈ, ਜਿਹਦਾ ਮਾਈਂਡ ਸਹੀ ਨਹੀਂ ਹੈਗਾ, ਜਾਂ ਫਿਰ ਕੋਈ ਵੀ ਇਹੋ ਜਿਹਾ ਪਰਸਨ ਜਿਹਨੂੰ ਲਾਅ ਨੇ ਡਿਸਕੁਆਲੀਫਾਈ ਕੀਤਾ ਹੋਇਆ, ਲਾਅ ਨੇ ਕੋਈ ਮਤਲਬ ਮੰਨ ਲਓ ਕੋਈ ਕਲਪਰੇਟ ਵਗੈਰਾ ਜਿਹੜੇ ਹੁੰਦੇ ਨੇਗੇ, ਇਸ ਤਰ੍ਹਾਂ ਦੇ ਪਰਸਨਸ ਨੂੰ ਆਪਾਂ ਕੰਟਰੈਕਟ ਦੇ ਵਿੱਚ ਸ਼ਾਮਿਲ ਹੈ ਜਿਹੜਾ ਉਹ ਨਹੀਂ ਕਰ ਸਕਦੇ। ਆਫਟਰ ਦੈਟ ਹੈ ਰਾਜੇ ਫ੍ਰੀ ਕੰਸੈਂਟ। ਕੰਸੈਂਟ ਦਾ ਮੀਨਸ ਹੁੰਦਾ ਰਾਜੇ ਸਹਿਮਤੀ, ਕਿ ਜਿਹੜੀਆਂ ਪਾਰਟੀਜ਼ ਨੇਗੀਆਂ ਉਹ ਕੀ ਹੈ, ਫ੍ਰੀਲੀ ਕੰਸੈਂਟ ਉਹਨਾਂ ਦੀ ਜਿਹੜੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਰਾਜੇ ਜਿਹੜੀ ਕੰਸੈਂਟ ਹੈ ਉਸ ਦੇ ਵਿੱਚ ਕੋਈ ਕੋਰਸ਼ਨ ਨਹੀਂ ਹੋਣਾ ਚਾਹੀਦਾ, ਧੋਖਾ ਨਹੀਂ ਹੋਣਾ ਚਾਹੀਦਾ, ਆਂਡਿਊ ਇਨਫਲੂਐਂਸ ਨਹੀਂ ਹੋਣਾ ਚਾਹੀਦਾ, ਮਤਲਬ ਉਹਨੂੰ ਫੋਰਸ ਕਰਕੇ ਨਹੀਂ ਕੁਝ ਕਰਾਉਣਾ ਚਾਹੀਦਾ, ਫਰੋਡ ਨਹੀਂ ਹੋਣਾ ਚਾਹੀਦਾ, ਠੀਕ ਹੈ। ਮਿਸਰੀਪ੍ਰਜੈਂਟੇਸ਼ਨ, ਮਤਲਬ ਕਿ ਜਿਹੜਾ ਤੁਹਾਡਾ ਐਗਰੀਮੈਂਟ ਹੈ ਉਸ ਦੇ ਵਿੱਚ ਤੁਸੀਂ ਕੁਝ ਗਲਤ ਮੈਂਸ਼ਨ ਕਰ ਦਿਓ ਬਟ ਉਹ ਰੀਅਲ ਦੇ ਵਿੱਚ ਕੁਝ ਹੋਰ ਹੋਵੇ, ਜਾਂ ਕੋਈ ਗਲਤੀ ਵਗੈਰਾ ਹੈ ਜਾਂ ਕੁਝ ਵੀ ਨਹੀਂ ਹੋਣਾ ਚਾਹੀਦਾ, ਮਤਲਬ ਪਾਰਟੀ ਨੂੰ ਸਾਰਾ ਕੁਝ ਕਲੀਅਰ ਹੈ ਜਿਹੜਾ ਉਹ ਹੋਣਾ ਚਾਹੀਦਾ ਹੈ।
उस तो बाद आ गया राजे लॉफुल ऑबजैक्ट कि जिहड़ा अपना ऑबजैक्टिव है वो लॉफुल होना चाहिए। ठीक है कि जदों भी आपां गल करते हैं लॉफुल ऑबजैक्टिव की तो आपां सीधी जी गल करते हैं कि उहदे कोई फ्रॉड वाला काम नहीं होना चाहिए। इस तो इलावा राजे की है कि जिहड़ा लॉ है उस चीज़ नूं की करदा होवे वैरीफाई करदा होवे, लॉ भी उस चीज़ नूं मनदा होवे। क्योंकि जेकर कोई कंट्रैक्ट तुसीं लॉफुल वे दे नाल करोगे तो कल नूं कोई पार्टी है जिहड़ी उस कंट्रैक्ट नूं ब्रेक करदी है तां तुसीं की कर सकदे हो, कंपनसेशन है वो रिसीव कर सकते हो। उस तो बाद है जे सर्टेनटी ऑफ मीनिंग तो इस दे विच की है कहते जो भी अपने कोल एग्रीमेंट होगा वो सर्टन होना चाहिए। मतलब इस तो इलावा ये है रजे कि जिवें हुण किस तरह का एग्रीमेंट आपां कर रहे हैं वो सारी चीज़ उहदे च क्लैरीफाई होनी चाहिए, क्लीयर कट सारा कुछ लिखिया होना चाहिए। उस तो बाद है रजे पॉसीबिलिटी ऑफ परफॉर्मेंस कि जिहड़े भी काम दे लई कॉन्ट्रैक्ट किया जाना चाहिए वो पॉसीबल भी होना चाहिए। ठीक है, मतलब किसी चीज़ की परचेज लगा लो, सेल लगा लो, या किसी भी एक्टिविटी की कॉन्ट्रैक्ट करते हैं वो काम करन जोग होना चाहिए भी सामने वाली पार्टी दे विच कैपेबिलिटी होवे भी उस वर्क नूं कर सकती है। उस तो बाद अगर जी नॉट डिक्लेयर टू बी वॉइड और इलीगल ये आप कर ही चुके हैं। लास्ट है जी लीगल फॉर्मैलिटीज़, इस तो इलावा कॉन्ट्रैक्ट के रिगार्डिंग जिन्नियां भी लीगल फॉर्मैलिटीज़ होणगियां उन्हां सारियां नूं भी पूरा किया जाऊगा। उस तो बाद जी अगे आप गल करते हैं क्लासीफिकेशन की। क्लासीफिकेशन मीनस टाइप्स ऑफ कॉन्ट्रैक्ट्स। तो जो कॉन्ट्रैक्ट्स की टाइप्स की गल आती है तो आप इन्होंने तीन दे विच जिहड़ा वो डिस्क्राइब करते हैं। पहला है वैलिडिटी के रिगार्डिंग, तो वैलिडिटी के रिगार्डिंग जे कॉन्ट्रैक्ट्स दी टाइप्स होंदे ने वैलिड कॉन्ट्रैक्ट। वैलिड कॉन्ट्रैक्ट रजे किहड़े हुंदे ने जिहड़े इनफोर्सेबल बाय लॉ हुंदे ने। सैकेंडली है रजे वॉइड कॉन्ट्रैक्ट। वॉइड कॉन्ट्रैक्ट वो होंदे ने रजे जिन्होंने लीगली आपां इनफोर्सेबल नहीं कर सकते, मतलब जिन्होंने कह दें खाली कॉन्ट्रैक्ट, इलीगल कॉन्ट्रैक्ट। तीसरे होंदे ने जे वॉइड एग्रीमेंट्स। वॉइड एग्रीमेंट्स होंदे ने कुछ इहो जिहियां डील्स जिहड़ियां कि इलीगल नेगियां। ठीक है, मतलब हले वो कॉन्ट्रैक्ट दे स्टेज दे अंडर आईयां नहीं। वॉइडेबल कॉन्ट्रैक्ट्स सर रजे वॉइडेबल कॉन्ट्रैक्ट्स होंदा है कि जदों जिहड़ी पार्टीज़ नेगियां ठीक है अपने अकॉर्डिंग ही किसी कॉन्ट्रैक्ट नूं की कर सकदियां ने, वॉइड करार है जिहड़ा वो दे सकदियां ने। इट मीनस दैट कहंदे जदों एक पार्टी ने की किया कोई कॉन्ट्रैक्ट है जिहड़ा उसके लिए ऑफर रखिया बट दूसरी पार्टी के लिए वो की है वॉइडेबल है, वो उन्होंने मन नहीं सकती। मतलब की है कि दूसरी पार्टी के उन्होंने कैंसल कर सकती है। उस तो बाद है रजे अनइनफोर्सेबल कॉन्ट्रैक्ट्स जिहड़े कि किसी ते इनफोर्स नहीं किए जा सकते। ठीक है, वो सामने वाली पार्टी की कंसेंट है भी उन्हें उस कॉन्ट्रैक्ट में मनना है या नहीं मनना। लास्ट है रजे इलीगल एग्रीमेंट्स जिहड़े शुरू तो ही इलीगल हो गए। उस तो बाद रजे आंदा फॉर्मेशन के बिहाफ के उत्ते। फॉर्मेशन के बिहाफ के उत्ते होंदे ने रजे एक्सप्रैस कॉन्ट्रैक्ट्स। एक्सप्रैस कॉन्ट्रैक्ट्स होंदे ने रजे जिहड़े कि रिटन फॉर्म दे विच लिखे हुए ने, सारा कुछ उन्हां दे विच क्लीयर कट तुहानूं दिता होया कि किहड़ी चीज़ किवें है, मतलब उस दे विच कोई भी गलती दी जां फ्रॉड वगैरह की गुंजाइश है जिहड़ी नहीं हुंदी। सैकेंड हुंदे रजे इंपलाइड कॉन्ट्रैक्ट्स। इंपलाइड हुंदे ने कि जिहड़े रिटन फॉर्म दे विच नहीं हुंदे, मेयरली जिवें आपां कह दिंदे आ कि सोशल कॉन्ट्रैक्ट्स हुंदे ने अपने सिर्फ बोल के जिहड़े कॉन्ट्रैक्ट ने वो कीते जांदे ने। तीसरे आंदे ने रजे अपने कोल क्वासी कॉन्ट्रैक्ट्स। तो जी क्वासी कॉन्ट्रैक्ट्स नूं आपां हाफ कॉन्ट्रैक्ट्स भी कह दिंदे कई फॉर्म दे विच। इस इन्हां केसिस दे विच की हुंदा है कि एक पार्टी कॉन्ट्रैक्ट करती है ठीक है, तो बट जिहड़ी दूसरी पार्टी हुंदी है उहदी विलफुली वो इस कॉन्ट्रैक्ट नूं एक्सैप्ट नहीं करती कि उहदी विल नहीं हुंदी, बट लॉ उहनूं फोर्स करता है। जिस तरह ये मान लो कि दो पार्टीज़ के विच कॉन्ट्रैक्ट हो गया ठीक है, उस तो बाद एक पार्टी है जिहड़ी कॉन्ट्रैक्ट मुकर गई क्योंकि वो कॉन्ट्रैक्ट नहीं करना चाहती। बट क्वासी कॉन्ट्रैक्ट के केस के विच की है कि उस जे वो पार्टी कॉन्ट्रैक्ट नहीं करती तो उन्होंने क्या कंपनसेट करना पऊगा। कंपनसेशन भी चाहे वो चाहे या ना चाहे बट उन्होंने कंपनसेशन देनी पऊगी दूसरी पार्टी नूं। उस तो बाद रजे आंदे ने ई कॉमर्स कॉन्ट्रैक्ट्स। ई कॉमर्स कॉन्ट्रैक्ट्स होंदे ने रजे जिहड़े कि ऑनलाइन अपने कॉन्ट्रैक्ट्स ने किसी चीज़ नूं रिलेटेड हुंदे ने। तो परफॉर्मेंस के बेस के उत्ते रजे दो तरह के कॉन्ट्रैक्ट ने अपने कोल एग्जीक्यूटिड कॉन्ट्रैक्ट्स होंदे ने रजे जिहड़े पूरे हो चुके हैं ठीक है, मतलब कंप्लीटली कि जो भी सैलिंग परचेजिंग जो भी करनी सी जां जो भी किसी भी ऑबजैक्टिव नूं लैके कोई कॉन्ट्रैक्ट सीगा ऑबजैक्टिव है जिहड़ा वो पूरा हो चुके हैं। दूसरे होंदे ने रजे एग्जीक्यूटरी कॉन्ट्रैक्ट्स होंदे ने रजे जिहड़े चल रहे हैं ठीक है, मतलब हले वो पूरे नहीं हुए, कंटीन्यूअसली चल रहे हैं। तो इस तो इलावा जिहड़े एग्जीक्यूटरी ने दो तरह के हो सकते हैं, यूनीलेटरल जदों एक पार्टी कॉन्ट्रैक्ट नूं पूरा कर रही है दूजी नहीं चाहती, बाईलेटरल जदों दोवें ही पार्टीज़ उस कॉन्ट्रैक्ट नूं
ਪੂਰਾ ਨੇ ਜਿਹੜਾ ਉਹ ਕਰ ਰਹੀਆਂ ਨੇ। ਉਸ ਤੋਂ ਬਾਅਦ ਹੈ ਰਾਜੇ ਜੋ ਤੁਸੀਂ ਕਰਨਾ ਹੈ ਉਹ ਤੁਸੀਂ ਕਰੋਗੇ ਰਾਜੇ ਡਿਸਟਿੰਕਸ਼ਨ ਬਿਟਵੀਨ ਇਲੀਗਲ ਐਂਡ ਵੋਇਡ ਐਗਰੀਮੈਂਟਸ। ਇਸ ਦੇ ਵਿੱਚੋਂ ਜਿਹੜੀ ਤੁਹਾਡਾ ਡਿਸਟਿੰਕਸ਼ਨ ਹੈਗੀ ਹੈ ਵੋਇਡੇਬਲ ਅਤੇ ਵੋਇਡ ਐਗਰੀਮੈਂਟ ਦੀ, ਇਹਨੂੰ ਛੱਡ ਦਿਓ, ਠੀਕ ਹੈ। ਅਤੇ ਉਸ ਤੋਂ ਬਾਅਦ ਤੁਸੀਂ ਕਰੋਗੇ ਡਿਸਟਿੰਕਸ਼ਨ ਬਿਟਵੀਨ ਇਲੀਗਲ ਐਂਡ ਵੋਇਡ ਐਗਰੀਮੈਂਟਸ। ਇਲੀਗਲ ਕਿਹੜਾ ਹੋਊਗਾ ਰਾਜੇ, ਜਿਹੜਾ ਸ਼ੁਰੂ ਤੋਂ ਹੀ ਮਤਲਬ ਕੀ ਹੈ ਲੀਗਲਟੀ ਉਹਦੀ ਹੈ ਨਹੀਂ ਗੀ, ਮਤਲਬ ਸ਼ੁਰੂ ਤੋਂ ਹੀ ਗਲਤ ਹੈ। ਵੋਇਡ ਹੋਊਗਾ ਕਿ ਜਿਹੜਾ ਅੱਗੇ ਜਾ ਕੇ ਲੀਗਲ ਹੋ ਸਕਦਾ, ਮਤਲਬ ਕਿ ਇੱਕ ਪਾਰਟੀ ਹੈ ਜਿਹੜੀ ਉਹਨੂੰ ਮੰਨਣ ਤੋਂ ਨਾ ਕਰ ਸਕਦੀ ਹੈ ਕਿਸੇ ਨਾ ਕਿਸੇ ਗਰਾਊਂਡ ਦੇ ਉੱਤੇ। ਅਤੇ ਜਿਹੜੀਆਂ ਇਲੀਗਲ ਆਪਣਾ ਐਗਰੀਮੈਂਟਸ ਦੇ ਵਿੱਚ ਪਾਰਟੀਜ਼ ਹੋਣਗੀਆਂ, ਉਹ ਉਹਨਾਂ ਦਾ ਜਿਹੜਾ ਕੰਟਰੈਕਟ ਹੋਊਗਾ ਉਹ ਕੀ ਹੈ, ਲਾਅ ਉਹਨਾਂ ਨੂੰ ਪਨਿਸ਼ ਕਰ ਸਕਦਾ, ਬਟ ਵੋਇਡ ਕੰਟਰੈਕਟ ਵਾਲਿਆਂ ਨੂੰ ਲਾਅ ਪਨਿਸ਼ ਨਹੀਂ ਕਰ ਸਕਦਾ ਜਦੋਂ ਤੱਕ ਉਹਨਾਂ ਦਾ ਕੋਈ ਵੀ ਇਹੋ ਜਿਹਾ ਜੋ ਮਿਸਟੇਕ ਹੈ ਜਾਂ ਕੋਈ ਵੀ ਇਹੋ ਜਿਹਾ ਫਰੋਡ ਹੈ ਸਾਹਮਣੇ ਨਹੀਂ ਆਉਂਦਾ। ਅਤੇ ਉਸ ਤੋਂ ਬਾਅਦ ਜੋ ਆਪਣੀ ਕਲਾਸੀਫਿਕੇਸ਼ਨ ਸੀ ਰਾਜਾ ਇੱਥੇ ਤੱਕ ਪੂਰੀ ਹੋ ਚੁੱਕੀ ਹੈਗੀ, ਠੀਕ ਹੈ। ਅਤੇ ਉਸ ਤੋਂ ਬਾਅਦ ਜਿਹੜਾ ਆਪਾਂ ਨੈਕਸਟ ਟੋਪਿਕ ਹੈ ਇਸ ਦਾ ਡਿਸਕਸ ਕਰਨ ਲੱਗੇ ਹਾਂ, ਇਹ ਆਪਾਂ ਪਹਿਲਾਂ ਵੀ ਲੈਕਚਰਸ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ। ਅਤੇ ਸਭ ਤੋਂ ਇਸ ਦੇ ਵਿੱਚ ਹੈ ਰਾਜੇ ਆਫਰ ਐਂਡ ਐਕਸੈਪਟੈਂਸ। ਤਾਂ ਇਸ ਨੂੰ ਕਰਨ ਤੋਂ ਪਹਿਲਾਂ ਤੁਹਾਨੂੰ ਦੋਵੇਂ ਚੀਜ਼ਾਂ ਦਾ ਮੀਨਿੰਗ ਹੈ ਜੋ ਕਲੀਅਰ ਹੋਣਾ ਚਾਹੀਦਾ ਵੀ ਕਿ ਆਫਰ ਕੀ ਹੁੰਦਾ ਅਤੇ ਐਕਸੈਪਟੈਂਸ ਕੀ ਹੁੰਦੀ ਹੈ। ਤਾਂ ਰਾਜੇ ਹੁਣ ਜਿਵੇਂ ਆਪਾਂ ਨੂੰ ਪਤਾ ਹੈ ਕਿ ਕੋਈ ਕੰਟਰੈਕਟ ਹੁੰਦਾ, ਠੀਕ ਹੈ, ਉਸ ਦੇ ਵਿੱਚ ਕੀ ਨੇ, 2 ਪਾਰਟੀਜ਼ ਇਨਵੋਲਵ ਨੇ। ਤਾਂ ਪਹਿਲੀ ਪਾਰਟੀ ਜਿਹੜੀ ਨੇ ਕੰਟਰੈਕਟ ਸ਼ੁਰੂ ਕਰਨਾ, ਠੀਕ ਹੈ, ਕੋਈ ਕਿਸੇ ਨੇ ਡੀਲਿੰਗ ਹੈ ਜਿਹੜੀ ਸ਼ੁਰੂ ਕਰਨੀ ਹੈ, ਉਹ ਪਾਰਟੀ ਕੀ ਕਰਦੀ ਹੈ, ਦੂਸਰੀ ਨੂੰ ਆਫਰ ਦਿੰਦੀ ਹੈ ਕਿ ਜਿਵੇਂ ਇਹ ਲਗਾ ਲਓ ਕਿ ਮੈਂ ਕੁਛ ਕੀ ਹੈ ਵੇਚਣਾ, ਠੀਕ ਹੈ, ਮੇਰੇ ਕੋਲ ਕੋਈ ਚੀਜ਼ ਹੈ ਮੈਂ ਉਹਨੂੰ ਵੇਚਣਾ ਹੈ, ਤਾਂ ਮੈਂ ਕੀ ਸਾਹਮਣੇ ਵਾਲੀ ਪਾਰਟੀ ਨੂੰ ਆਫਰ ਕਰੂੰਗੀ ਕਿ ਮੇਰੇ ਕੋਲ ਇਹ ਚੀਜ਼ ਹੈ ਜੀ, ਇੰਨੀ ਇਸ ਦੀ ਪ੍ਰਾਈਸ ਹੈ, ਮੈਂ ਇਸ ਦੇ ਉੱਤੇ ਨੂੰ ਸੇਲ ਕਰਨਾ ਚਾਹੁੰਦੀ ਹਾਂ। ਇਹ ਮੇਰਾ ਕੀ ਇੱਕ ਆਫਰ ਹੈ, ਠੀਕ ਹੈ। ਅਤੇ ਦੂਸਰੀ ਪਾਰਟੀ ਜਦੋਂ ਮੇਰਾ ਆਫਰ ਸੁਣੂਗੀ ਇਹ ਉਸ ਦੇ ਉੱਤੇ ਡਿਪੈਂਡ ਹੈ ਨਾ, ਉਹ ਐਕਸੈਪਟ ਕਰੂਗੀ ਕਿ ਨਹੀਂ ਕਰੂਗੀ। ਤਾਂ ਜੇਕਰ ਉਹ ਮੇਰਾ ਆਫਰ ਉਸਨੂੰ ਸਹੀ ਲੱਗਦਾ ਤਾਂ ਉਸਨੂੰ ਕੀ ਕਰ ਲਊਗੀ, ਐਕਸੈਪਟ ਕਰ ਲਊਗੀ। ਜਦੋਂ ਹੀ ਕੋਈ ਆਫਰ ਪਲੱਸ ਐਕਸੈਪਟੈਂਸ ਦੋਵੇਂ ਮਿਲ ਜਾਂਦੇ ਨੇ ਤਾਂ ਉਹਨਾਂ ਨਾਲ ਕੀ ਬਣ ਜਾਂਦਾ, ਇੱਕ ਕੰਟਰੈਕਟ ਬਣ ਜਾਂਦਾ, ਠੀਕ ਹੈ। ਬਟ ਜੇ ਆਪਾਂ ਲਾਅ ਦੀ ਲੈਂਗੁਏਜ ਦੇ ਵਿੱਚ ਗੱਲ ਕਰਦੇ ਹਾਂ ਤਾਂ ਜਦੋਂ ਇੱਕ ਆਫਰ ਹੁੰਦਾ ਅਤੇ ਇੱਕ ਐਕਸੈਪਟੈਂਸ ਹੁੰਦੀ ਹੈ, ਠੀਕ ਹੈ, ਦੋਵੇਂ ਜਦੋਂ ਮਿਲ ਜਾਂਦੇ ਨੇ ਤਾਂ ਉਦੋਂ ਕੀ ਬਣਦਾ, ਐਗਰੀਮੈਂਟ ਬਣਦਾ ਹੈ ਨਾ। ਅਤੇ ਜਦੋਂ ਇੱਕ ਐਗਰੀਮੈਂਟ ਬਣ ਜਾਂਦਾ ਉਸ ਦੇ ਵਿੱਚ ਕੀ ਹੈ, ਲੀਗਲਟੀ ਦਾ ਕਨਸੈਪਟ ਹੈ ਜਿਹੜਾ ਇਨਵੋਲਵ ਹੋ ਜਾਂਦਾ, ਮਤਲਬ ਲਾਅ ਕੀ ਹੈ ਉਸ ਦੇ ਵਿੱਚ ਆਪਣੇ ਲਾਅ ਦੀਆਂ ਜਿਹੜੀਆਂ ਪ੍ਰੋਵੀਜ਼ਨਸ ਨੇ ਇਨਵੋਲਵ ਹੋ ਜਾਂਦੀਆਂ ਨੇ, ਤਾਂ ਉਹ ਕੀ ਬਣ ਜਾਂਦਾ, ਐਗਰੀਮੈਂਟ ਕੰਟਰੈਕਟ ਬਣ ਜਾਂਦਾ। ਤਾਂ ਜੇ ਸਭ ਤੋਂ ਪਹਿਲਾਂ ਤਾਂ ਇਹੀ ਹੈ ਕਿ ਪ੍ਰਪੋਜ਼ਲ ਜਾਂ ਆਫਰ ਕੀ ਹੁੰਦਾ ਹੈ, ਤਾਂ ਇਸ ਦੇ ਵਿੱਚ ਇਸ ਦੀ ਜੋ ਡੈਫੀਨੇਸ਼ਨ ਹੈ ਦਿੱਤੀ ਹੈ, ਕਹਿੰਦੇ ਵੈਨ ਵਨ ਪਰਸਨ ਸਿਗਨੀਫਾਈਜ਼ ਟੂ ਅਨਦਰ ਹਿਜ਼ ਵਿਲਿੰਗਨੈਸ। ਜਦੋਂ ਇੱਕ ਪਰਸਨ ਦੂਸਰੇ ਪਰਸਨ ਦੀ ਵਿਲਿੰਗਨੈਸ ਨੂੰ, ਉਸਦੀ ਜੋ ਚੋਇਸ ਹੈ ਉਸਨੂੰ ਜਾਣਨਾ ਚਾਹੁੰਦਾ ਹੈ ਕਿ ਉਹ ਪਰਸਨ ਕੀ ਹੈ, ਮੇਰੇ ਆਫਰ ਦੇ ਰਿਗਾਰਡਿੰਗ ਕੀ ਸੋਚਦਾ ਹੈ, ਜਾਂ ਮੈਂ ਕਿਸੇ ਨੂੰ ਕੁਛ ਕਰਨ ਦੇ ਲਈ ਆਫਰਿੰਗ ਦੇ ਰਹੀ ਹਾਂ, ਠੀਕ ਹੈ ਜੀ, ਉਸਨੂੰ ਬੋਲਿਆ ਜਾਊਗਾ ਪ੍ਰਪੋਜ਼ਲ ਔਰ ਆਫਰ। ਅਤੇ ਜਦੋਂ ਆਪਾਂ ਆਫਰ ਦੀ ਗੱਲ ਕਰਦੇ ਹਾਂ ਇਸ ਦੀਆਂ ਕੁਛ ਐਲੀਮੈਂਟਸ ਹੁੰਦੀਆਂ ਨੇ, ਜਿਵੇਂ ਐਕਸਪ੍ਰੈਸ਼ਨ ਆਫ ਵਿਲਿੰਗਨੈਸ, ਆਪਣੀ ਵਿਲਿੰਗਨੈਸ ਦਿਖਾਉਣੀ ਕਿ ਮੈਂ ਕਿਸੇ ਚੀਜ਼ ਨੂੰ ਖਰੀਦਣ ਦੇ ਲਈ ਮੇਰੀ ਚੋਇਸ ਹੈ ਜਾਂ ਨਹੀਂ ਹੈ। ਸੈਕਿੰਡ ਹੈ ਕਿ ਮੇਡ ਟੂ ਅਨਾਦਰ ਪਰਸਨ, ਕਿਸੇ ਦੂਜੇ ਪਰਸਨ ਨੂੰ ਕੀਤੀ ਜਾਂਦੀ ਹੈ, ਕਿਸ ਪਰਪਜ਼ ਲਈ ਕੀਤੀ ਜਾਂਦੀ ਹੈ, ਉਸਦੀ ਕੰਸੈਂਟ ਲੈਣ ਦੇ ਲਈ ਕੀਤੀ ਜਾਂਦੀ ਹੈ। ਤਾਂ ਆਫਰ ਦੀਆਂ ਕੁਛ ਟਾਈਪਸ ਹੁੰਦੀਆਂ ਨੇਗੀਆਂ, ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਹਾਂ ਐਕਸਪ੍ਰੈਸ ਆਫਰ ਹੋ ਗਿਆ ਜਾਂ ਇੰਪਲਾਈਡ ਆਫਰ ਹੋ ਗਿਆ। ਤਾਂ ਜਦੋਂ ਐਕਸਪ੍ਰੈਸ ਦੀ ਗੱਲ ਕਰਦੇ ਹਾਂ ਰਾਜੇ, ਇਹਨਾਂ 2 ਕੈਟਾਗਰੀਜ਼ 'ਚ ਵੰਡਿਆ ਗਿਆ, ਵਰਬਲ ਅਤੇ ਰਾਈਟਿੰਗ। ਵਰਬਲ ਹੁੰਦਾ ਜਿਹੜਾ ਬੋਲ ਕੇ, ਅਤੇ ਰਾਈਟਿੰਗ ਹੁੰਦਾ ਜੋ ਰਿਟਨ ਫੋਰਮ 'ਚ ਕੀਤਾ ਜਾਂਦਾ। ਦੂਸਰਾ ਹੁੰਦਾ ਰਾਜੇ ਇੰਪਲਾਈਡ ਆਫਰ, ਉਹ ਹੁੰਦਾ ਐਕਸ਼ਨ ਅਤੇ ਬਿਹੇਵੀਅਰ। ਐਕਸ਼ਨ ਬਿਹੇਵੀਅਰ ਹੁੰਦਾ ਕਿ ਜਿਵੇਂ ਆਪਾਂ ਕਹਿ ਦਿਓ ਕਿ ਬਿਨਾਂ ਬੋਲੇ ਜਾਂ ਬਿਨਾਂ ਲਿਖੇ ਆਪਣੇ ਐਕਸ਼ਨਸ ਦੇ ਨਾਲ ਕੋਈ ਕੰਟਰੈਕਟ ਕੀਤਾ ਜਾਂਦਾ। ਜਿਵੇਂ ਕਈ ਵਾਰ ਹੁੰਦਾ ਨਾ ਕਿ ਐਵੇਂ ਡੀਲਿੰਗਸ ਹੋ ਜਾਂਦੀਆਂ ਨੇ ਕਿ ਕੋਈ ਪਰਸਨ ਕਹਿ ਦਿੰਦਾ ਕਿ ਮੇਅਰਲੀ ਵਿਦ ਦਾ ਐਕਸਪ੍ਰੈਸ਼ਨ ਆਫ ਅਨਦਰ ਪਰਸਨ, ਕਿ ਉਸਦੇ ਐਕਸਪ੍ਰੈਸ਼ਨ ਤੋਂ ਆਪਾਂ ਜੱਜ ਕਰ ਲੈਂਦੇ ਹਾਂ ਕਿ ਉਹ ਪਰਸਨ ਆਪਣੇ ਨਾਲ ਐਕਸੈਪਟੈਂਸ ਰੱਖਦਾ ਕਿ ਨਹੀਂ ਰੱਖਦਾ। ਦੂਸਰਾ ਹੈ ਜੀ ਕਿਹਨੂੰ ਮੇਡ ਕੀਤਾ ਜਾਂਦਾ, ਜਨਰਲ ਆਫਰ ਅਤੇ ਸਪੈਸੀਫਿਕ ਆਫਰ ਹੈ। ਜਨਰਲ ਆਫਰ ਸਾਰੀ ਦੁਨੀਆ ਨੂੰ ਕੀਤਾ ਜਾ ਸਕਦਾ, ਜਿਵੇਂ ਸੇਲ ਵਗੈਰਾ ਲੱਗਦੀ ਹੈ ਨਾ, ਉਹ ਇਕੱਲੇ ਬੰਦੇ ਨੂੰ ਤਾਂ ਨਹੀਂ ਕਹਿੰਦੇ ਵੀ ਤੇਰੇ ਲਈ ਸੇਲ ਲਾਈ ਹੈ, ਉਹ ਕੀ ਹੈ ਸਾਰੀ ਜਨਰਲ ਪਬਲਿਕ ਦੇ ਲਈ ਕੀਤਾ ਜਾਂਦਾ ਹੈ। ਸੈਕਿੰਡਲੀ ਹੈ ਜੀ ਸਪੈਸੀਫਿਕ ਆਫਰ, ਜਿਹੜਾ ਕਿਸੇ ਪਰਟੀਕੂਲਰ ਪਰਸਨ ਨੂੰ ਕੀਤਾ ਜਾਂਦਾ, ਸਿਰਫ ਇੱਕ ਖਾਸ ਪਰਸਨ ਨੂੰ। ਅਤੇ ਉਸ ਤੋਂ ਬਾਅਦ ਜੋ ਤੁਹਾਡਾ ਪੁਆਇੰਟ ਹੈ, ਐਨ ਆਫਰ ਮਸਟ ਵੀ ਡਿਸਟਿੰਗੁਇਸ਼ਡ ਫਰੋਮ, ਇਹ ਤੁਸੀਂ ਕਰਨਾ ਨਹੀਂ ਹੈਗਾ ਰਾਜੇ ਟੋਪਿਕ। ਉਸ ਤੋਂ ਬਾਅਦ ਤੁਸੀਂ ਸਿੱਧਾ ਕਰਨਾ ਇਸੈਂਸ਼ੀਅਲਸ ਆਫ ਅ ਵੈਲਿਡ ਆਫਰ। ਇੱਕ ਵੈਲਿਡ ਆਫਰ ਦੇ ਵਿੱਚ ਕੀ ਕੁਛ ਹੈ ਜਿਹੜਾ ਹੋਣਾ ਚਾਹੀਦਾ, ਜਿਵੇਂ ਪਹਿਲਾ ਇਹ ਹੈ ਕਿ ਆਫਰ ਮਸਟ ਵੀ ਕੈਪੇਬਲ ਆਫ ਕ੍ਰੀਏਟਿੰਗ ਲੀਗਲ ਰਿਲੇਸ਼ਨਸ਼ਿਪ,
ਕਿ ਆਫਰ ਇਸ ਦੇ ਕੈਪੇਬਲ ਹੋਣਾ ਚਾਹੀਦਾ ਕਿ ਉਸ ਦੇ ਨਾਲ ਕੋਈ ਲੀਗਲ ਰਿਲੇਸ਼ਨਸ਼ਿਪ ਹੈ ਜਿਹੜਾ ਬਣਦਾ ਹੋਵੇ, ਠੀਕ ਹੈ, ਮਤਲਬ ਲਾਫੁਲੀ ਜਿਹੜੀਆਂ ਪ੍ਰੋਵੀਜ਼ਨਸ ਨੇ ਉਸ ਦੇ ਵਿੱਚ ਇਨਵੋਲਵਡ ਹੋਣ। ਸੈਕੰਡਲੀ ਹੈ ਰਾਜੇ ਆਫਰ ਮਸਟ ਬੀ ਸਰਟਨ ਡੈਫੀਨੇਟ ਐਂਡ ਨੋਟ ਵੈਗਿਊ। ਵੈਗਿਊ ਹੁੰਦਾ ਰਾਜੇ ਧੁੰਦਲਾ ਜਾ ਕਹਿ ਦਿੰਦੇ ਆਪਾਂ, ਠੀਕ ਹੈ। ਕਹਿੰਦੇ ਜਦੋਂ ਜਿਹੜਾ ਇੱਕ ਆਫਰ ਹੈ ਉਹ ਕਿ ਸਰਟਨ ਹੋਣਾ ਚਾਹੀਦਾ, ਡੈਫੀਨੇਟ ਹੋਣਾ ਚਾਹੀਦਾ, ਪੱਕਾ ਹੋਣਾ ਚਾਹੀਦਾ ਵੀ ਇਹ ਚੀਜ਼ ਕੀ ਹੈ ਹੈਪਨਿੰਗ ਹੋਊਗੀ। ਅਤੇ ਤੀਸਰਾ ਕੀ ਹੈ ਰਾਜੇ ਵੈਗਿਊ ਨਹੀਂ ਹੋਣਾ ਚਾਹੀਦਾ, ਮਤਲਬ ਕਿ ਧੁੰਦਲਾ ਜਿਹਾ ਨਹੀਂ ਹੋਣਾ ਚਾਹੀਦਾ, ਉਸ ਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਲਿਖੀਆਂ ਹੋਈਆਂ ਨੇ ਸਾਰੀਆਂ ਐਕਸਪ੍ਰੈਸਡ ਹੋਣੀਆਂ ਚਾਹੀਦੀਆਂ ਨੇ, ਕਲੀਅਰ ਹੋਣੀਆਂ ਚਾਹੀਦੀਆਂ ਨੇ। ਅਤੇ ਉਸ ਤੋਂ ਬਾਅਦ ਹੈ ਰਾਜੇ ਇਸ ਦਾ ਥਰਡ ਪੁਆਇੰਟ ਆਫਰ ਮਸਟ ਬੀ ਕਮਿਊਨੀਕੇਟਡ ਟੂ ਆਫਰੀ। ਜਿਹੜਾ ਪਰਸਨ ਆਫਰ ਨੂੰ ਕਰਦਾ ਮਤਲਬ ਜਿਹੜਾ ਪਰਸਨ ਆਫਰ ਦਿੰਦਾ ਉਹ ਹੁੰਦਾ ਆਫਰਰ, ਅਤੇ ਜਿਸ ਨੂੰ ਆਫਰ ਦਿੱਤਾ ਜਾਂਦਾ ਉਹ ਹੁੰਦਾ ਆਫਰੀ। ਉਸ ਤੋਂ ਬਾਅਦ ਹੈ ਜੀ ਕਹਿੰਦੇ ਜੋ ਆਪਣਾ ਆਫਰ ਹੋਊਗਾ ਉਹ ਕੀ ਸਾਹਮਣੇ ਵਾਲੀ ਪਾਰਟੀ ਤੱਕ ਕਮਿਊਨੀਕੇਟ ਕੀਤਾ ਜਾਣਾ ਚਾਹੀਦਾ, ਪਹੁੰਚਣਾ ਚਾਹੀਦਾ। ਫੋਰਥ ਪੁਆਇੰਟ ਹੈ ਰਾਜੇ ਆਫਰ ਮਸਟ ਬੀ ਮੇਡ ਵਿਦ ਅ ਵਿਊ ਟੂ ਅਬਟੇਨਿੰਗ ਦ ਅਸੈਂਟ ਆਫ ਅਨਦਰ ਪਾਰਟੀ। ਅਸੈਂਟ ਹੁੰਦਾ ਐਕਸੈਪਟੈਂਸ, ਕਿ ਆਫਰ ਹੈ ਜੋ ਉਹ ਐਕਸੈਪਟੈਂਸ ਲੈਣ ਦੇ ਪਰਪਜ਼ ਦੇ ਨਾਲ ਕੀਤਾ ਜਾਣਾ ਚਾਹੀਦਾ। ਇਸ ਤੋਂ ਇਲਾਵਾ ਕੀ ਹੈ ਜੀ ਕਹਿੰਦੇ ਐਨ ਆਫਰ ਮੇ ਬੀ ਕੰਡੀਸ਼ਨਲ। ਆਫਰ ਦੇ ਵਿੱਚ ਕੋਈ ਕੰਡੀਸ਼ਨ ਵੀ ਤੁਸੀਂ ਐਡ ਹੈ ਜਿਹੜੀ ਉਹ ਕਰ ਸਕਦੇ ਹੋ। ਆਫਰ ਸ਼ੁੱਡ ਨਾਟ ਕੰਟੇਨ ਅ ਟਰਮ ਦ ਨੋਨ ਕੰਪਲਾਇੰਸ ਵਿਚ ਵੁੱਡ ਅਮਾਊਂਟ ਟੂ ਐਕਸੈਪਟੈਂਸ। ਆਫਰ ਦੇ ਨਾਲ ਕਹਿੰਦੇ ਕੋਈ ਇਹੋ ਜਿਹੀ ਟਰਮ ਨਹੀਂ ਵਿੱਚ ਇਨਕਲੂਡ ਕਰਨੀ ਚਾਹੀਦੀ ਜਿਹੜਾ ਕਿ ਅੱਗੇ ਜਾ ਕੇ ਕਿਸੇ ਪਰਸਨ ਦੀ ਐਕਸੈਪਟੈਂਸ ਨੂੰ ਫੋਰਸ ਕਰੇ। ਮਤਲਬ ਕਿ ਇਹ ਕਿਸੇ ਪਰਸਨ ਦੀ ਫੋਰਸੇਬਲੀ ਆਪਾਂ ਨੇ ਐਕਸੈਪਟੈਂਸ ਨਹੀਂ ਲੈਣੀ, ਉਹ ਆਪਣੀ ਮਰਜ਼ੀ ਦੇ ਨਾਲ ਆਪਣੀ ਕੰਸੈਂਟ ਹੈ ਜੋ ਉਸ ਕੰਟਰੈਕਟ ਦੇ ਰਿਗਾਰਡਿੰਗ ਉਹ ਦਿੰਦਾ। ਉਸ ਤੋਂ ਬਾਅਦ ਹੁੰਦਾ ਰਾਜੇ ਲੈਪਸ ਆਫ ਐਨ ਆਫਰ। ਲੈਪਸ ਮੀਨਸ ਹੁੰਦਾ ਰਾਜੇ ਆਫਰ ਦਾ ਟਾਈਮ ਪੀਰੀਅਡ, ਠੀਕ ਹੈ। ਤਾਂ ਆਫਰ ਦਾ ਟਾਈਮ ਕਹਿੰਦੇ ਜਦੋਂ ਆਪਾਂ ਕਹਿ ਦਿੰਦੇ ਹਾਂ ਕਿ ਆਫਰ ਕਦੋਂ ਮੈਚਿਓਰ ਹੋ ਜਾਂਦਾ, ਕਦੋਂ ਉਸ ਆਫਰ ਦਾ ਟਾਈਮ ਪੀਰੀਅਡ ਪੂਰਾ ਹੋ ਜਾਂਦਾ, ਜਦੋਂ ਆਫਰ ਜਾਂ ਆਫਰੀ ਐਕਸੈਪਟੈਂਸ ਤੋਂ ਪਹਿਲਾਂ ਦੋਨਾਂ ਦੇ ਵਿੱਚੋਂ ਕਿਸੇ ਦੀ ਡੈਥ ਹੋ ਜਾਂਦੀ ਹੈ, ਜਾਂ ਫਿਰ ਕੀ ਹੈ ਜੀ ਜਦੋਂ ਆਫਰ ਹੈ ਜਿਹੜਾ ਇੱਕ ਸਪੈਸੀਫਾਈਡ ਟਾਈਮ ਤੱਕ ਹੈ ਜੋ ਉਹ ਨਹੀਂ ਮੰਨਿਆ ਜਾਂਦਾ ਜਾਂ ਆਪਾਂ ਕਹਿ ਦਈਏ ਕਿ ਐਕਸੈਪਟ ਨਹੀਂ ਕੀਤਾ ਜਾਂਦਾ। ਤੀਸਰਾ ਹੈ ਰਾਜੇ ਜੇਕਰ ਆਫਰੀ ਹੈ ਜੇਕਰ ਕੋਈ ਉਹ ਕੀ ਕਰਦਾ ਵੈਲਿਡ ਐਕਸੈਪਟੈਂਸ ਨਹੀਂ ਦਿੰਦਾ ਉਹਦੇ ਉੱਤੇ, ਜਾਂ ਫਿਰ ਕੀ ਹੈ ਕਿਸੇ ਆਫਰ ਨੂੰ ਤੁਸੀਂ ਰਿਵੋਕੇਟ ਕਰਤਾ, ਮਤਲਬ ਕੀ ਹੈ ਉਹਨੂੰ ਅੱਧ 'ਚ ਬ੍ਰੇਕ ਕਰਤਾ। ਉਸ ਤੋਂ ਬਾਅਦ ਹੈ ਰਾਜੇ ਐਨ ਇਨਵੀਟੇਸ਼ਨ ਟੂ ਆਫਰ ਇਜ਼ ਨਾਟ ਐਨ ਆਫਰ। ਕਹਿੰਦੇ ਜਦੋਂ ਆਪਾਂ ਕੀ ਕਰਦੇ ਹਾਂ ਹੁਣ ਇਸ ਗੱਲ ਨੂੰ ਸਮਝਣ ਦੇ ਲਈ, ਪੁਆਇੰਟ ਨੂੰ ਸਮਝਣ ਦੇ ਲਈ ਥੋੜ੍ਹੀ ਜਿਹੀ ਗੱਲ ਇਹ ਸਮਝੋ ਕਿ ਜਿਵੇਂ ਹੁਣ ਕੰਪਨੀਜ਼ ਹੁੰਦੀਆਂ ਨੇ ਹੈ ਨਾ, ਕੋਈ ਲਗਾ ਲਓ ਦੁਕਾਨਾਂ ਵਗੈਰਾ ਲਗਾ ਲਓ, ਕੁਛ ਵੀ ਲਗਾ ਲਓ ਤੁਸੀਂ, ਕਿ ਉਹ ਕੀ ਕਰਦੇ ਨੇ ਰਾਜੇ ਸੇਲ ਲਗਾਉਂਦੇ ਨੇ ਹੈ ਨਾ। ਤਾਂ ਉਹ ਸੇਲ ਕੀ ਹੁੰਦੀ ਹੈ ਜਨਰਲ ਪਬਲਿਕ ਦੇ ਲਈ ਹੁੰਦੀ ਹੈ। ਤਾਂ ਉਸ ਤੋਂ ਬਾਅਦ ਇਹਦਾ ਮਤਲਬ ਇਹ ਤਾਂ ਨਹੀਂ ਕਿ ਉਸ ਸੇਲ ਦੇ ਵਿੱਚ ਜਿੰਨੇ ਪਰਸਨ ਆਉਣਗੇ ਕੁਛ ਨਾ ਕੁਛ ਖਰੀਦ ਕੇ ਲੈ ਕੇ ਜਾਣਗੇ। ਬਟ ਜੇ ਆਪਾਂ ਕੰਟਰੈਕਟ ਦੀ ਗੱਲ ਕਰਦੇ ਹਾਂ ਤਾਂ ਇਹ ਚੀਜ਼ ਆਪਾਂ ਮੰਨਦੇ ਹਾਂ ਕਿ ਆਫਰ ਜਦੋਂ ਕੀਤਾ ਜਾਂਦਾ ਤਾਂ ਸਾਹਮਣੇ ਵਾਲੀ ਪਾਰਟੀ ਕੀ ਐਕਸੈਪਟ ਕਰਦੀ ਹੈ ਹੈ ਨਾ। ਬਟ ਜਿਹੜੇ ਕਹਿੰਦੇ ਜਦੋਂ ਕਿਸੇ ਚੀਜ਼ ਦੇ ਲਈ ਤੁਹਾਨੂੰ ਇਨਵਾਈਟ ਕੀਤਾ ਜਾਂਦਾ ਆਫਰ ਦੇ ਲਈ, ਤਾਂ ਹਮੇਸ਼ਾ ਆਪਾਂ ਇਹ ਚੀਜ਼ ਨਹੀਂ ਮੰਨਦੇ ਕਿ ਉਸ ਆਫਰ ਨੂੰ ਪੂਰਾ ਕੀਤਾ ਜਾਊਗਾ। ਜੇ ਅੱਜ ਮੈਂ ਤੁਹਾਨੂੰ ਕਿਸੇ ਕੰਮ ਨੂੰ ਕਰਨ ਦੇ ਲਈ ਆਫਰਿੰਗ ਦੇ ਰਹੀ ਹਾਂ ਤਾਂ ਐਕਸੈਪਟੈਂਸ ਕੀ ਹੈ ਤੁਹਾਡੇ ਉੱਤੇ ਬੇਸਡ ਹੈ ਕਿ ਤੁਸੀਂ ਉਸ ਕੰਮ ਨੂੰ ਕਰਨ ਦੇ ਲਈ ਐਕਸੈਪਟੈਂਸ ਦਿਓਗੇ ਜਾਂ ਨਹੀਂ ਦਿਓਗੇ। ਅਤੇ ਉਸ ਤੋਂ ਬਾਅਦ ਆਉਂਦਾ ਰਾਜੇ ਓਪਨ ਆਫਰ। ਓਪਨ ਆਫਰ ਹੁੰਦਾ ਰਾਜੇ ਕਿ ਜਿਹੜਾ ਪੂਰੀ ਪਬਲਿਕ ਨੂੰ ਦਿੱਤਾ ਜਾਂਦਾ, ਠੀਕ ਹੈ। ਅਤੇ ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਕਿ ਐਡਵਰਟੀਜ਼ਮੈਂਟਸ ਦਿੱਤੇ ਜਾਂਦੇ ਨੇ ਕਿਸੇ ਚੀਜ਼ ਨੂੰ ਖਰੀਦਣ ਦੇ ਲਈ, ਤਾਂ ਉਹਨਾਂ ਆਫਰਸ ਨੂੰ ਕੀ ਬੋਲਿਆ ਜਾਂਦਾ ਓਪਨ ਆਫਰ। ਉਸ ਤੋਂ ਬਾਅਦ ਹੁੰਦੇ ਨੇ ਰਾਜੇ ਆਪਣੇ ਕੋਲ ਕਾਊਂਟਰ ਆਫਰਸ। ਕਾਊਂਟਰ ਆਫਰਸ ਹੁੰਦੇ ਨੇਗੇ ਕਿ ਜਦੋਂ ਆਪਾਂ ਕਹਿ ਦਿੰਦੇ ਹਾਂ ਕਿ ਇੱਕ ਪਰਸਨ